Hello students. Hanji, today I am ready for the video 7th class history chapter 5 rulers and buildings. Hanji beta. Today we will discuss about the different rulers and make buildings by them. ठीक है? So already बच्चे you have read about so many forts, new buildings, etc. But in this chapter we will read the structure of the buildings. Especially between the 8th and the 18th centuries, kings and their officers built two kinds of structures. ਤਾਂ ਇਹ ਜੋ ਬੱਚੇ ਟਾਈਮ ਹੈ 8th ਤੋਂ ਲੈ ਕੇ 18th ਸੈਂਚੁਰੀ ਤੱਕ ਦਾ ਟਾਈਮ ਹੈ। ਠੀਕ ਹੈ, ਇਸ ਟਾਈਮ ਦੇ ਦੌਰਾਨ ਜਿਹੜੇ ਕਿੰਗ ਸੀ ਜਾਂ ਰਾਜੇ ਸੀ ਉਹਨਾਂ ਦੇ ਬਹੁਤ ਸਾਰੇ ਆਫੀਸਰ ਸੀ। ਉਹਨਾਂ ਨੇ ਜੋ ਡਿਫਰੈਂਟ ਟਾਈਪ ਦੇ ਜਿਹੜੇ ਸਟਰਕਚਰ ਨੇ ਉਹ ਮੇਨਲੀ ਦੋ ਤਰ੍ਹਾਂ ਦੇ ਜਿਹੜੇ ਸਟਰਕਚਰ ਹੈ ਸਾਡੇ ਕੋਲੇ ਸਾਹਮਣੇ ਆਉਂਦੇ ਆ, ਜਿਨ੍ਹਾਂ ਦੇ ਵਿੱਚ ਅਸੀਂ ਬਹੁਤ ਵੱਡੀ ਚੇਂਜ ਵੇਖੀ ਹੈ। ਠੀਕ ਹੈ, ਫਸਟ ਹੈ ਦ ਫਸਟ ਵਰ ਫੋਰਟਸ, ਪੈਲੇਸਿਸ, ਗਾਰਡਨਸ, ਰੈਜ਼ੀਡੈਂਸਿਸ ਐਂਡ ਟੋਮਸ। ਇਹ ਰਾਜੇ ਪਹਿਲੀ ਕਿਸਮ ਦੇ ਜਿਹੜੇ ਸਟਰਕਚਰਸ ਨੇ, ਫੋਰਟਸ, ਕੋਈ ਪੈਲੇਸ, ਕੋਈ ਗਾਰਡਨ, ਕੋਈ ਰੈਜ਼ੀਡੈਂਸਿਸ, ਮੀਨਸ ਕਿ ਰਹਿਣ ਵਾਲੇ ਸਾਰੇ ਸਥਾਨ ਨੇ ਇਹ। ਠੀਕ ਹੈ, ਪਰਸਨਲ ਹੈ ਜਿਵੇਂ ਰਾਜੇ ਵਗੈਰਾ ਦੇ ਲਈ ਹੈ ਨਾ। ਸੇਫ, ਪ੍ਰੋਟੈਕਟਿਡ ਐਂਡ grandiose places of rest in this world and the next। ਤਾਂ ਇਹ ਜਿਹੜੇ ਪਲੇਸ ਨੇ ਰਾਜੇ, ਇਹਦੇ ਵਿੱਚ ਰਾਜੇ ਦੇ ਮਹਿਲ ਵਗੈਰਾ ਆ ਗਈ, ਕੋਈ ਮਕਬਰੇ ਆ ਗਏ ਹੈ ਨਾ, ਅਤੇ ਕੋਈ ਸਪੈਸ਼ਲ ਗਾਰਡਨਸ ਆ ਗਏ। ਤਾਂ ਇਸ ਤਰ੍ਹਾਂ ਦੇ ਇਹ ਜਿਹੜੇ ਪਲੇਸਿਸ ਨੇ ਬੜੇ ਵਧੀਆ, ਬਹੁਤ ਹੀ ਸ਼ਾਨਦਾਰ, ਬੜੇ ਅੱਛੇ ਤਰੀਕੇ ਨਾਲ ਬਣਾਏ ਗਏ ਹੋਏ ਨੇ। ਤਾਂ ਇਸ ਦੇ ਬਾਰੇ ਵਿੱਚ ਆਪਾਂ ਗੱਲ ਕਰਦੇ ਹਾਂ। ਸੈਕੰਡ ਜਿਹੜੇ ਟਾਈਪ ਦੇ ਨੇ, ਦ ਸਟਰਕਚਰ ਮੈਂਟ ਫॉर ਪਬਲਿਕ ਐਕਟੀਵਿਟੀ including temples, mosques, tanks, wells, caravansries and bazaars। ਤਾਂ ਇਹ ਜਿਹੜੀਆਂ ਪਬਲਿਕ ਪਲੇਸਿਸ ਨੇ, ਜਿਹੜੀਆਂ ਆਮ ਜਨਤਾ ਦੇ ਲਈ ਹੁੰਦੀਆਂ ਨੇ ਹੈ ਨਾ, ਉਹਨਾਂ ਦੀ ਐਕਟੀਵਿਟੀਜ਼ ਦੇ ਲਈ ਨੇ। ਡਿਫਰੈਂਟ ਟਾਈਪ ਦੀਆਂ ਐਕਟੀਵਿਟੀ ਨੇ, ਕੋਈ ਰਿਲੀਜੀਅਸ ਪਲੇਸ ਨੇ, ਕੋਈ ਹੋਰ ਜਿਵੇਂ ਉਹਨਾਂ ਦੇ ਯੂਜ਼ਫੁਲ, ਜਿਵੇਂ ਟੈਂਕਸ ਆ ਗਏ, ਵੈਲਸ ਵਗੈਰਾ ਬਣਾਏ ਹੈ ਨਾ, ਉਹਨਾਂ ਨੇ ਖੂਹ ਬਣਾਏ, ਕੋਈ ਟੈਂਕ ਬਣਾਏ, ਬਹੁਤ ਸਾਰੀਆਂ ਕਾਰਵਾਂਸਰੀਜ਼, ਮਤਲਬ ਕੋਈ ਸਰਾਵਾਂ ਜਿਵੇਂ ਬਣਾ ਦਿੱਤੀਆਂ ਯਾਤਰੀਆਂ ਦੇ ਆਉਣ ਜਾਣ ਵਾਸਤੇ, ਜਿੱਥੇ ਉਹਨਾਂ ਦੇ ਠਹਿਰਨ ਵਾਸਤੇ। ਕੋਈ ਡੈਜ਼ਰਟ ਵਗੈਰਾ ਦਾ ਏਰੀਆ ਹੁੰਦਾ ਜਿੱਥੇ ਉਹਨਾਂ ਦੇ ਲਈ ਕੋਈ ਪਾਣੀ ਦਾ ਪ੍ਰਬੰਧ ਨਹੀਂ, ਕੋਈ ਉਹਨਾਂ ਦੇ ਰਹਿਣ ਦਾ ਪ੍ਰਬੰਧ ਨਹੀਂ ਸੀ ਹੈ ਨਾ। ਤਾਂ ਇਹੋ ਜਿਹੀਆਂ ਜਿਹੜੀਆਂ ਪਲੇਸਿਸ ਨੇ ਉਹਨਾਂ ਦੇ ਉੱਪਰ ਇਹਨਾਂ ਨੇ ਇੱਕ ਤਰ੍ਹਾਂ ਦੀ, ਜਿਵੇਂ ਜਿਹਨਾਂ ਨੂੰ ਆਪਾਂ ਹਾਊਸ ਟਾਈਪ ਦੀ ਸਰਾਂ ਜਾਂ ਕੋਈ ਧਰਮਸ਼ਾਲਾ ਕਹਿ ਲਓ ਹੈ ਨਾ, ਇਸ ਤਰ੍ਹਾਂ ਦੇ ਪਲੇਸਿਸ ਬਣਾਏ। ਬਹੁਤ ਸਾਰੇ ਬਾਜ਼ਾਰ ਵੀ ਹੋਣ ਦੇ ਵਿੱਚ ਆਏ। ਤਾਂ ਇਹ ਦੋ ਤਰ੍ਹਾਂ ਦੇ ਸਟਰਕਚਰ ਸਾਡੇ ਕੋਲ ਆਉਂਦੇ ਆ। ਠੀਕ ਹੈ, ਸੋ ਆਰ ਟੋਪਿਕ ਇਜ਼ ਇੰਜੀਨੀਅਰਿੰਗ ਸਕਿੱਲਸ ਐਂਡ ਕੰਸਟਰਕਸ਼ਨ। ਤਾਂ ਇੰਜੀਨੀਅਰਿੰਗ ਜਿਹੜਾ ਸਕਿੱਲਸ ਨੇ ਉਹ ਕਿਸ ਤਰ੍ਹਾਂ ਦੀਆਂ ਸੀ, ਔਰ ਕਿਸ ਤਰ੍ਹਾਂ ਦਾ ਕੰਸਟਰਕਸ਼ਨ ਜਿਹੜਾ ਹੈਗਾ ਸੀ ਨਾ, ਮਤਲਬ ਜੋ ਬਿਲਡਿੰਗਸ ਨੇ ਕਿਵੇਂ ਦੇ ਉਹਨਾਂ ਦੇ ਸਟਰਕਚਰ ਬਣੇ ਹੋਏ ਸੀ। ਠੀਕ ਹੈ, ਬਿਟਵੀਨ ਦ 7th ਐਂਡ 10th ਸੈਂਚੁਰੀਜ਼ ਆਰਕੀਟੈਕਟਸ ਸਟਾਰਟਿਡ ਐਡਿੰਗ ਮੋਰ ਰੂਮਸ, ਡੋਰਸ ਐਂਡ ਵਿੰਡੋਜ਼ ਟੂ ਬਿਲਡਿੰਗਸ। ਤਾਂ ਇਹ ਰਾਜੀ ਇੱਕ ਰਿਵਾਜ਼ ਚੱਲ ਪਿਆ, ਜਿਵੇਂ 7th ਤੋਂ ਲੈ ਕੇ 10th ਸੈਂਚੁਰੀ ਤੱਕ ਜਿਹੜੇ ਮਤਲਬ ਕੋਈ ਵੀ ਬਿਲਡਿੰਗਸ ਵਗੈਰਾ ਬਣੀਆਂ ਨੇ, ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਬਣੀ ਹੈ, ਉਹਦੇ ਵਿੱਚ ਜਿਹੜੇ ਆਰਕੀਟੈਕਚਰਸ ਨੇ ਉਹਨਾਂ ਨੇ ਕੀ ਚੇਂਜ ਕਰ ਦਿੱਤੀ, ਜ਼ਿਆਦਾ ਦਰਵਾਜ਼ੇ, ਵਿੰਡੋ ਵਗੈਰਾ ਲਗਾਉਣ ਦਾ ਜਿਵੇਂ ਰਿਵਾਜ਼ ਚੱਲ ਪਿਆ ਹੈ ਨਾ। ਤਾਂ ਨੈਕਸਟ ਹੈ ਟੂ ਟੈਕਨੋਲੋਜੀਕਲ ਐਂਡ ਸਟਾਈਲਿਸਟਿਕ ਡਿਵੈਲਪਮੈਂਟਸ ਆਰ ਨੋਟਿਸੇਬਲ ਫਰੋਮ ਦ 12th ਸੈਂਚੁਰੀ। ਤਾਂ ਉਸ ਤੋਂ ਬਾਅਦ 12th ਸੈਂਚੁਰੀ ਤੋਂ ਲੈ ਕੇ ਜਿਹੜੀ ਹੋਰ ਵੀ ਵੱਡੀ ਚੇਂਜ ਦੇਖਣ ਦੇ ਵਿੱਚ ਆਈ ਹੈ, ਉਹਨਾਂ ਦਾ ਸਟਾਈਲ ਜਿਹੜਾ ਚੇਂਜ ਹੋਇਆ, ਜਿਹੜਾ ਨੋਟਿਸ ਕੀਤਾ ਗਿਆ ਹੈ। ਦ ਵੇਟ ਆਫ ਦ ਸੁਪਰ ਸਟਰਕਚਰ ਅਬਵ ਦ ਡੋਰਸ ਐਂਡ windows was sometimes carried by arches. This architectural form was carried by arches. This architectural form was called arcuate। ਤਾਂ ਇਹ ਕੀ ਸੀ ਰਾਜੇ, ਕਿ ਜਿਵੇਂ ਗੁੰਬਦ ਟਾਈਪ ਜਿਹੜੇ ਆ ਬਣਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ, ਉੱਪਰੋਂ ਜਿਵੇਂ ਨੁਕੀਲੇ, ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹ ਦੇਖਣ ਨੂੰ ਸਾਹਮਣੇ ਆਈ ਹੈ ਕਿ ਜਿਹੜੇ ਵੀ ਉਹਨਾਂ ਨੇ ਮਤਲਬ ਕੋਈ ਸਟਰਕਚਰ ਬਣਾਏ ਹੈ, ਠੀਕ ਹੈ, ਜਾਂ ਵਿੰਡੋਜ਼, ਡੋਰਸ ਦੇ ਉੱਪਰ ਜਿਹੜਾ ਉਹਨਾਂ ਦਾ ਵੇਟ ਹੈ ਜਾਂ ਵਜ਼ਨ ਹੈ ਉਹ ਆਰਚਿਸ ਦੇ ਦੁਆਰਾ ਜਿਵੇਂ ਮਤਲਬ ਹੈਡ ਕੀਤਾ ਜਾਂਦਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਤੁਹਾਡਾ ਗੋਲ ਜਿਹਾ ਸਟਰਕਚਰ ਬਣਾ, ਜਿਵੇਂ ਪਹਿਲਾਂ ਜਿਹੜੇ ਘਰ ਬਣਾਉਂਦੇ ਸੀ ਉਹਦੇ ਵਿੱਚ ਜਿਹੜੀਆਂ ਸਾਡੀਆਂ ਛੱਤਾਂ ਹੁੰਦੀਆਂ ਸੀ, ਅੱਜ ਕੱਲ੍ਹ ਤਾਂ ਅਸੀਂ ਲੈਂਟਰ ਪਾਉਂਦੇ ਹਾਂ ਹੈ ਨਾ, ਉਹਦੇ ਵਿੱਚ ਬਹੁਤ ਸਾਰਾ ਆਇਰਨ ਰੋਡਸ ਵਗੈਰਾ ਯੂਜ਼ ਕਰਦੇ ਹਾਂ। ਪਰ ਪਹਿਲਾਂ ਕੀ ਹੁੰਦੀਆਂ ਸੀ, ਇੱਟਾਂ ਦੀਆਂ, ਜਿਹਨੂੰ ਆਪਾਂ ਕੀ ਕਹਿੰਦੇ ਸੀ, ਉਹ ਟਾਈਲਾਂ ਨਾਲ ਜੋੜ ਕੇ ਛੱਤਾਂ ਪਾਈਆਂ ਜਾਂਦੀਆਂ ਸੀ। ਠੀਕ ਹੈ, ਤਾਂ ਉਸ ਦੇ ਵਿੱਚ ਵੀ ਬੇਸ਼ੱਕ ਅਸੀਂ ਥੋੜ੍ਹਾ ਬਹੁਤਾ ਜੋ ਹੈ ਮਤਲਬ ਲੋਹੇ ਦੇ ਰੋਡਸ, ਜਿਹੜੇ ਆਇਰਨ ਰੋਡ, ਸਰੀਆ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਯੂਜ਼ ਕੀਤੇ ਜਾਂਦੇ ਸੀ। ਪਰ ਅੱਜ ਦੀ ਤਰ੍ਹਾਂ ਨਹੀਂ ਸੀ ਜਿਵੇਂ ਅਸੀਂ ਤੁਹਾਡਾ ਜਿਹੜੇ ਸਮੋਲ ਪੈਬਲਸ, ਬਜਰੀ ਵਗੈਰਾ ਤੋਂ ਬਣਾਉਂਦੇ ਹਾਂ ਹੈ ਨਾ। ਤਾਂ ਇਹ ਕੀ ਹੈ, ਨਵੀਂ ਚੀਜ਼ ਹੈ। ਇਸੇ ਤਰ੍ਹਾਂ ਉਦੋਂ ਵੀ ਕੀ ਸੀਗਾ, ਉਹਨਾਂ ਨੇ ਜਿਹੜੇ ਗੁੰਬਦ ਟਾਈਪ ਸਟਰਕਚਰ ਬਣਾਉਣੇ ਸ਼ੁਰੂ ਕਰ ਦਿੱਤੇ। ਠੀਕ ਹੈ,
ਤਾਂ ਉਸ ਤਰ੍ਹਾਂ ਦਾ ਜਿਹੜਾ ਉੱਪਰੋਂ ਜਿਹੜੇ ਹੁੰਦੇ ਸੀ ਨੁਕੀਲੇ ਹੁੰਦੇ ਸੀ। ਤਾਂ ਇਸ ਤਰ੍ਹਾਂ ਦੀ ਜਿਹੜੀ ਕੰਸਟਰਕਸ਼ਨ ਮਿਲਦੀ ਹੈ। ਜਿਹੜਾ ਲਾਈਮਸਟੋਨ ਆ ਯੂਜ਼ ਕੀਤਾ ਜਾਂਦਾ ਸੀ, ਲਾਈਮਸਟੋਨ ਜਿਵੇਂ ਅੱਜ ਕੱਲ੍ਹ ਆਪਾਂ ਸੀਮੈਂਟ ਯੂਜ਼ ਕਰਦੇ ਹਾਂ ਤਾਂ ਪਹਿਲਾਂ ਉਹ ਚੂਨਾ ਯੂਜ਼ ਕਰਦੇ ਸੀ। ਲਾਈਮਸਟੋਨ ਜਿਹਨੂੰ ਕਹਿੰਦੇ ਚੂਨਾ, ਠੀਕ ਹੈ, ਸੀਮੈਂਟ ਦੀ ਤਰ੍ਹਾਂ, ਜਿਹੜਾ ਕਿ ਉਸਦੀ ਪਕੜ ਨੂੰ ਮਜ਼ਬੂਤ ਕਰਦਾ ਸੀ। ਇਸ ਤਰ੍ਹਾਂ ਦੀ ਜਿਹੜੀ ਬਿਲਡਿੰਗਸ ਨੇ ਉਹ ਕੰਸਟਰਕਸ਼ਨ ਹੁੰਦੀਆਂ ਸੀ। ਬਿਲਡਿੰਗ, ਟੈਂਪਲਸ, ਮੋਸਕਿਊਜ਼ ਐਂਡ ਟੈਂਕਸ। ਤਾਂ ਇਹ ਜਿਹੜਾ ਟੈਂਪਲ ਕੀ ਹੁੰਦੇ ਆ, ਮੰਦਰ, ਮੋਸਕਿਊਜ਼ ਮਸਜਿਦ, ਠੀਕ ਹੈ, ਟੈਂਕ ਕੀ ਹੈ, ਜਿਵੇਂ ਵਾਟਰ ਵਗੈਰਾ ਕਲੈਕਟ ਕਰਨ ਦੇ ਲਈ ਵੱਡੇ ਤਲਾਬ ਜਾਂ ਟੈਂਕ ਵਗੈਰਾ ਜਿਹੜੇ ਆ ਉਹ ਰਾਜਿਆਂ ਦੁਆਰਾ ਬਣਾਏ ਜਾਂਦੇ ਸੀ, ਠੀਕ ਹੈ। ਟੈਂਪਲਸ ਐਂਡ ਮੋਸਕਿਊਜ਼ ਵਰ ਬਿਊਟੀਫੁਲੀ ਕੰਸਟਰਕਟਡ ਬਿਕੋਜ਼ ਦੀ ਵਰ ਪਲੇਸਿਸ ਆਫ ਵਰਸ਼ਿਪ। ਤਾਂ ਰਾਜੇ ਇਸ ਚੀਜ਼ ਦੇ ਵੱਲ ਵੀ ਜਿਹੜੇ ਆਰਕੀਟੈਕਚਰ ਸੀ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਧਿਆਨ ਅਟਰੈਕਟਿਵ ਹੋਇਆ ਟੈਂਪਲਸ ਅਤੇ ਮੋਸਕਿਊਜ਼ ਦੇ ਵੱਲ। ਇਹਨਾਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਬਿਊਟੀਫੁਲੀ ਕੰਸਟਰਕਟ ਕੀਤਾ ਗਿਆ ਸੀ, ਕਿਉਂਕਿ ਇਹ ਜੋ ਨੇ ਲੋਕਾਂ ਦੇ ਵਰਸ਼ਿਪ ਪਲੇਸ ਨੇ, ਉਹਨਾਂ ਦੇ ਧਾਰਮਿਕ ਪਲੇਸ ਨੇ, ਪੂਜਾ ਸਥਾਨ ਨੇ। ਔਰ ਹਮੇਸ਼ਾ ਜਿਹੜਾ ਹੈਗਾ ਧਰਮ ਦੇ ਵੱਲ ਲੋਕਾਂ ਦਾ ਅਟਰੈਕਸ਼ਨ ਬਹੁਤ ਜ਼ਿਆਦਾ ਹੁੰਦਾ। ਸ਼ੁਰੂ ਤੋਂ ਲੈ ਕੇ ਅੱਜ ਤੱਕ ਵੀ ਇਹ ਦੇਖਣ ਦੇ ਵਿੱਚ ਆਇਆ ਕਿ ਧਾਰਮਿਕ ਮੁੱਦੇ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਆ। ਤਾਂ ਇਸ ਦੇ ਲਈ ਵੀ ਉਹਨਾਂ ਨੇ ਜਿਹੜੇ ਟੈਂਪਲ, ਮੋਸਕਿਊਜ਼ ਵਗੈਰਾ ਨੇ ਉਹਨੂੰ ਬਹੁਤ ਅੱਛੀ ਤਰ੍ਹਾਂ ਮਤਲਬ ਕੰਸਟਰਕਟ ਕੀਤਾ, ਬਹੁਤ ਬਿਊਟੀਫੁਲੀ ਤਰੀਕੇ ਨਾਲ ਬਣਾਇਆ ਉਹਨਾਂ ਨੂੰ। ਦੇ ਵਰ ਆਲਸੋ ਮੈਂਟ ਟੂ ਡੈਮੋਨਸਟ੍ਰੇਟ ਦਾ ਪਾਵਰ, ਵੈਲਥ ਐਂਡ ਦਾ ਡਿਵੋਸ਼ਨ ਆਫ ਦਾ ਪੈਟਰਨ। ਤਾਂ ਦੂਸਰੀ ਗੱਲ ਇਹ ਹੈ ਕਿ ਰਾਜੇ ਜਿਹੜੇ ਹੈ ਉਹ ਮਤਲਬ ਕੀ ਡਿਮੋਨਸਟ੍ਰੇਟ ਕਰਨਾ ਚਾਹੁੰਦੇ ਸੀ, ਕੀ ਦਿਖਾਉਣਾ ਚਾਹੁੰਦੇ ਸੀ ਲੋਕਾਂ ਨੂੰ ਕਿ ਉਹਨਾਂ ਰਾਜਿਆਂ ਦੀ ਜਿਹੜੀ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਗੋਡ ਦੇ ਵਿੱਚ ਜਿਹੜੀ ਸ਼ਰਧਾ ਬਹੁਤ ਜ਼ਿਆਦਾ ਹੈ, ਆਪਣੀ ਡਿਵੋਸ਼ਨ ਦਿਖਾਉਣਾ ਚਾਹੁੰਦੇ ਸੀ। ਔਰ ਦੂਸਰੀ ਗੱਲ ਉਹਨਾਂ ਨੇ ਇਹਨਾਂ ਬਿਲਡਿੰਗਸ ਦੇ ਉੱਪਰ ਜਿਹੜਾ ਇੱਕ ਨਵਾਂ ਜਿਵੇਂ ਕਹਿੰਦੇ ਆ ਰਿਵਾਜ਼ ਚੱਲ ਪਿਆ ਸੀ ਕਿ ਰਾਜਾ ਆਪਣੀ ਮਤਲਬ ਪਾਵਰ ਨੂੰ ਜਾਂ ਆਪਣੀ ਧਨ ਦੌਲਤ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਲੋਕਾਂ ਨੂੰ ਕਿ ਇਹ ਰਾਜਾ ਜਿਹੜਾ ਹੈਗਾ ਕਿੰਨਾ ਪਾਵਰਫੁੱਲ ਹੈ, ਕਿੰਨਾ ਇਸ ਦੇ ਕੋਲ ਪੈਸਾ ਹੈ, ਬਹੁਤ ਵੱਡਾ ਤਕੜਾ ਰਾਜਾ ਹੈ, ਠੀਕ ਹੈ। ਤਾਂ ਉਹ ਆਪਣੇ ਲੋਕਾਂ ਦੇ ਲਈ ਕੀ ਕੁਛ ਕਰਦਾ, ਮਤਲਬ ਇਹ ਚੀਜ਼ ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਨੇ ਜਿਹੜੇ ਟੈਂਪਲਸ, ਮੋਸਕਿਊਜ਼ ਵਗੈਰਾ ਨੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਹੈਗਾ ਪੈਸਾ ਵੀ ਖਰਚ ਕੀਤਾ ਔਰ ਬੜੇ ਬਿਊਟੀਫੁਲ ਤਰੀਕੇ ਨਾਲ ਬੜੇ ਸੋਹਣੇ ਸੋਹਣੇ ਮੰਦਿਰ, ਮਸਜਿਦਾਂ ਵਗੈਰਾ ਉਸ ਟਾਈਮ ਦੇ ਵਿੱਚ ਬਣੇ ਹੋਏ ਆ, ਜਿਹੜੇ ਅੱਜ ਤੱਕ ਵੀ ਅਸੀਂ ਵੇਖਦੇ ਹਾਂ, ਠੀਕ ਹੈ। ਬਹੁਤ ਸਾਰੀਆਂ ਨੇ ਡਿਫਰੈਂਟ ਅੱਗੇ ਅਸੀਂ ਡਿਸਕਸ ਕਰਾਂਗੇ ਨੈਕਸਟ ਟੌਪਿਕਸ ਦੇ ਵਿੱਚ। ਦ ਕਿੰਗ ਟੁੱਕ ਦ ਗੋਡਸ ਨੇਮ ਬਿਕੋਜ਼ ਇਟ ਵਾਜ਼ ਅਸਪੀਸ਼ੀਅਸ ਐਂਡ ਹੀ ਵਾਂਟਿਡ ਟੂ ਅਪੀਅਰ ਲਾਈਕ ਅ ਗੋਡ। ਤਾਂ ਰਾਜਾ ਜਿਹੜਾ ਹੈਗਾ ਮਤਲਬ ਉਸਨੂੰ ਲੋਕ ਆਪਣਾ ਜਿਵੇਂ ਕਹਿ ਸਕਦੇ ਹਾਂ ਕਿ ਰੱਬ ਮੰਨਦੇ ਸੀ, ਠੀਕ ਹੈ। ਉਹ ਆਪਣੇ ਆਪ ਨੂੰ ਰੱਬ ਦੀ ਤਰ੍ਹਾਂ ਮੰਨਦਾ ਸੀ ਕਿਉਂਕਿ ਉਹ ਕੀ ਸੀ, ਉਹ ਲੋਕਾਂ ਦਾ ਰੱਖਿਅਕ ਸੀ, ਠੀਕ ਹੈ, ਲੋਕਾਂ ਦੀ ਰੱਖਿਆ ਕਰਨ ਵਾਲਾ ਸੀ। ਤਾਂ ਪਰਮਾਤਮਾ ਵੀ ਸਭ ਦੀ ਰੱਖਿਆ ਕਰਨ ਵਾਲਾ ਹੁੰਦਾ, ਤਾਂ ਉਹ ਆਪਣੇ ਆਪ ਨੂੰ ਇੱਕ ਗੋਡ ਦੀ ਤਰ੍ਹਾਂ ਅਪੀਅਰ ਕਰਨਾ ਚਾਹੁੰਦਾ ਸੀ ਕਿ ਲੋਕ ਉਸ ਦੇ ਗੁਣਗਾਨ ਕਰਨ, ਜਿਵੇਂ ਅਸੀਂ ਰੱਬ ਦੇ ਗੁਣ ਗਾਉਂਦੇ ਹਾਂ ਨਾ। ਅਤੇ ਰਾਜੇ ਵੀ ਇੱਦਾਂ ਦੇ ਸੀ ਕਿ ਉਹ ਚਾਹੁੰਦੇ ਸੀ ਕਿ ਲੋਕ ਉਸ ਨੂੰ ਰੱਬ ਦੀ ਤਰ੍ਹਾਂ ਪੂਜਣ, ਠੀਕ ਹੈ, ਕਿਉਂਕਿ ਉਹਨਾਂ ਦੇ ਲਈ ਇਹੋ ਜਿਹੇ ਚੰਗੇ ਚੰਗੇ ਕੰਮ ਕਰੇਗਾ, ਉਹਨਾਂ ਲਈ ਅੱਛੇ ਟੈਂਪਲਸ ਬਣਾਏਗਾ, ਮੋਸਕਿਊਜ਼ ਬਣਾਏਗਾ, ਹੋਰ ਟੈਂਕ ਵਗੈਰਾ ਉਹਨਾਂ ਨੇ ਬਣਾਏ ਤਾਂ ਕਿ ਲੋਕ ਉਹਨਾਂ ਦੇ ਭਗਤ ਬਣ ਜਾਣ, ਠੀਕ ਹੈ। ਹਾਂਜੀ, ਪਰਸ਼ੀਅਨ ਕੋਰਟ ਕ੍ਰੋਨਿਕਲਸ ਡਿਸਕ੍ਰਾਈਬਡ ਦ ਸੁਲਤਾਨ ਐਜ਼ ਅ ਸ਼ੈਡੋ ਆਫ ਗੋਡ। ਪਰਸ਼ੀਅਨ ਦਾ ਜਿਹੜਾ ਇੱਕ ਕੋਰਟ ਕ੍ਰੋਨਿਕਲ ਹੈ ਜਿਸ ਨੇ ਲਿਖਿਆ ਕਿ ਸੁਲਤਾਨ ਜਿਹੜਾ ਹੁੰਦਾ ਸੀ ਉਦੋਂ ਸ਼ੈਡੋ ਆਫ ਗੋਡ ਮੰਨਿਆ ਜਾਂਦਾ ਸੀ, ਮੀਨਸ ਕਿ ਰੱਬ ਦਾ ਪਰਛਾਵਾਂ ਮੰਨਿਆ ਜਾਂਦਾ ਸੀ, ਰੱਬ ਦੇ ਰੂਪ ਦੀ ਤਰ੍ਹਾਂ ਲੋਕ ਉਸ ਦੀ ਪੂਜਾ ਕਰਦੇ ਸੀ। ਮੇਕਿੰਗ ਪ੍ਰੀਸ਼ੀਅਸ ਵਾਟਰ ਅਵੇਲੇਬਲ ਬਾਈ ਕੰਸਟਰਕਟਿੰਗ ਟੈਂਕਸ ਐਂਡ ਰਿਜ਼ਰਵੋਇਰਸ ਵਾਜ਼ ਹਾਈਲੀ ਪ੍ਰੇਜ਼ਡ। ਤਾਂ ਉਹਨਾਂ ਰਾਜਿਆਂ ਦਾ ਇਹ ਕੰਮ ਜਿਹੜਾ ਸੀਗਾ, ਕੀ ਕੰਮ ਸੀ ਕਿ ਉਹਨਾਂ ਨੇ ਬਹੁਤ ਸਾਰੇ ਟੈਂਕ ਕੰਸਟਰਕਟ ਕਰਵਾਏ, ਟੈਂਕ ਬਣਵਾਏ ਤਾਂ ਕਿ ਲੋਕਾਂ ਦੇ ਲਈ ਉਸ ਦੇ ਵਿੱਚ ਜਿਵੇਂ ਜਦੋਂ ਰੇਨਫਾਲ ਹੁੰਦਾ ਤਾਂ ਅੱਛਾ ਵਾਟਰ ਉਸ ਦੇ ਵਿੱਚ ਕਲੈਕਟ ਕੀਤਾ ਜਾ ਸਕੇ। ਜਿਨ੍ਹਾਂ ਏਰੀਆਜ਼ ਦੇ ਵਿੱਚ ਹੁਣ ਪਾਣੀ ਜਿਵੇਂ ਅੱਜ ਕੱਲ੍ਹ ਬੱਚੇ ਆਪਣੇ ਘਰਾਂ ਦੇ ਵਿੱਚ ਟੈਪਸ ਵਗੈਰਾ ਲੱਗੀਆਂ ਹੋਈਆਂ ਨੇ, ਇਹ ਉਹ ਜ਼ਮਾਨਾ ਨਹੀਂ ਸੀ ਕਿ ਜਦੋਂ ਹਰ ਘਰ ਦੇ ਵਿੱਚ ਪਾਣੀ ਪਹੁੰਚਦਾ ਸੀ। ਲੋਕ ਜਿਹੜੇ ਜ਼ਿਆਦਾਤਰ ਹੈ ਵੈਲਸ ਵਗੈਰਾ ਦਾ ਪਾਣੀ ਯੂਜ਼ ਕਰਦੇ ਸੀ। ਤਾਂ ਜਿਹੜੇ ਲੰਬੇ ਰਸਤੇ ਲੋਕਾਂ ਨੂੰ ਪੈਦਲ ਚੱਲ ਕੇ ਤੈਅ ਕਰਨੇ ਪੈਂਦੇ ਸੀ, ਜਾਂ ਫਿਰ ਉਹਨਾਂ ਨੂੰ ਜਿਵੇਂ ਕੋਈ ਕੈਮਲਸ, ਹਾਰਸਿਸ ਦੀ ਰਾਈਡਿੰਗ ਕਰਦੇ ਹੋਏ ਲੋਕ ਦੂਰੋਂ ਆਉਂਦੇ ਸੀ, ਹੈ ਨਾ। ਤਾਂ ਰਸਤੇ ਦੇ ਵਿੱਚ ਉਹਨਾਂ ਲਈ ਇਹ ਬੜੀਆਂ ਸਮੱਸਿਆਵਾਂ ਆਉਂਦੀਆਂ ਸੀ। ਅਤੇ ਹੋਰ ਵੀ ਬਹੁਤ ਸਾਰੇ ਏਰੀਆਜ਼ ਇਹੋ ਜਿਹੇ ਸੀ ਜਿੱਥੇ ਲੋਕਾਂ ਨੂੰ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ। ਤਾਂ ਇਹਨਾਂ ਰਾਜਿਆਂ ਨੇ ਕੀ ਕੀਤਾ, ਬਹੁਤ ਸਾਰੇ ਟੈਂਕ ਖੁਦਵਾਏ, ਧਰਤੀ ਦੇ ਵਿੱਚ ਟੈਂਕ ਖੁਦਵਾ ਕੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਸਟੋਰ ਕੀਤਾ ਜਾਂਦਾ ਸੀ। ਬਹੁਤ ਸਾਰੇ ਰਿਜ਼ਰਵੋਇਰਸ ਬਣਾਏ, ਮਤਲਬ ਕਿ ਜਿਵੇਂ ਰਿਜ਼ਰਵੋਇਰ ਹੁੰਦਾ ਲੇਕ ਦੀ ਤਰ੍ਹਾਂ, ਜਿਵੇਂ ਵੈਸੇ ਤਾਂ ਲੇਕਸ ਜਿਹੜੀਆਂ ਨੇ ਕਈ ਵਾਰੀ ਨੈਚੁਰਲੀ ਹੁੰਦੀਆਂ ਨੇ, ਬਹੁਤ ਸਾਰੀਆਂ ਇੱਦਾਂ ਦੀਆਂ ਲੇਕਸ ਨੇ, ਹੈ ਨਾ, ਬਟ ਇਹ ਜਿਹੜੀਆਂ ਆਰਟੀਫਿਸ਼ੀਅਲ ਲੇਕਸ ਅਸੀਂ ਆਪ ਬਣਾਉਂਦੇ ਹਾਂ। ਤਾਂ ਉਹਨਾਂ ਰਾਜਿਆਂ ਨੇ ਬਹੁਤ ਸਾਰੀਆਂ ਲੇਕਸ ਵਗੈਰਾ ਬਣਵਾਈਆਂ। ਇਹ ਸਾਰੇ ਜਿਹੜੇ ਕੰਮ ਸੀ ਉਹਨਾਂ ਦੇ ਲੋਕ ਭਲਾਈ ਦੇ ਕੰਮ ਸੀ, ਆਪਣੀ ਜਨਤਾ ਨੂੰ ਖੁਸ਼ ਰੱਖਣ ਦੇ ਲਈ, ਉਹਨਾਂ ਦੇ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਜੋ ਵੀ ਇਹਨਾਂ ਰਾਜਿਆਂ ਨੇ ਕੀਤਾ ਸੀ ਇਹ ਬੜਾ ਮਤਲਬ ਤਾਰੀਫ ਦੇ ਕਾਬਿਲ ਸੀ, ਠੀਕ ਹੈ। ਰੂਲਰਸ
often constructed tanks and reservoirs for use by ordinary people। ਤਾਂ ਇਹ ਜਿਹੜੇ ਮਤਲਬ ਟੈਂਕ ਜਾਂ ਲੇਕਸ ਵਗੈਰਾ ਬਣਾਈਆਂ ਜਾਂਦੀਆਂ ਸੀ, ਅਲੱਗ-ਅਲੱਗ ਤਰ੍ਹਾਂ ਦੇ ਲੋਕ ਜਿਹੜੇ ਕੋਈ ਬਾਹਰੋਂ ਆਉਂਦੇ ਸੀ, ਕੋਈ ਟ੍ਰੇਡਰਸ ਆਉਂਦੇ ਸੀ, ਕੋਈ ਹੋਰ ਹੈ ਨਾ, ਉਹ ਸਾਰੇ ਲੋਕ ਇਹਨਾਂ ਨੂੰ ਯੂਜ਼ ਕਰ ਸਕਦੇ ਸੀ। ਨੈਕਸਟ ਹੈ ਵਾਈ ਵਰ ਟੈਂਪਲਸ ਟਾਰਗੇਟਡ। ਹੁਣ ਕੁਐਸਚਨ ਕੀ ਹੈ ਕਿ ਜਿਹੜੇ ਟੈਂਪਲਸ ਨੇ ਉਹਨਾਂ ਨੂੰ ਟਾਰਗੇਟ ਕਿਉਂ ਕੀਤਾ ਗਿਆ ਸੀ, ਉਹਨਾਂ ਦੇ ਉੱਪਰ ਇੰਨਾ ਜ਼ੋਰ ਕਿਉਂ ਦਿੱਤਾ ਗਿਆ ਸੀ ਕਿ ਇੰਨੇ ਸੋਹਣੇ ਸੋਹਣੇ ਮੰਦਰ ਜਿਹੜੇ ਆ ਉਸ ਟਾਈਮ ਦੇ ਵਿੱਚ ਬਣਾਏ ਗਏ ਆ। ਜੇ ਅਸੀਂ ਦੇਖੀਏ ਨਾ ਅੱਜ ਵੀ ਸਾਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਵੇਂ ਬਣੇ ਨੇ, ਇੰਨੇ ਉੱਚੇ ਉੱਚੇ ਬਹੁਤ ਹੀ ਤਰ੍ਹਾਂ ਦੇ। ਉਹਨਾਂ ਦੇ ਵਿੱਚ ਕੋਈ ਜਿਵੇਂ ਅੱਜ ਅਸੀਂ ਸੀਮੈਂਟ ਵਗੈਰਾ ਨਾਲ ਜਿਹੜਾ ਹੈਗਾ ਪਲਸਤਰ ਕਰ ਦਿੰਦੇ ਹਾਂ, ਕੁਛ ਹੋਰ ਯੂਜ਼ ਕਰਦੇ ਹਾਂ, ਇੱਦਾਂ ਦੀ ਨਹੀਂ, ਬੜੇ ਕਈ ਤਾਂ ਪੱਥਰਾਂ ਨੂੰ ਜੋੜ ਜੋੜ ਕੇ ਬਣਾਏ ਗਏ ਨੇ। ਬਹੁਤ ਹੀ ਸੋਹਣਾ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਡੈਕੋਰੇਸ਼ਨ ਦਾ ਵਰਕ ਕੀਤਾ ਹੋਇਆ, ਠੀਕ ਹੈ। ਇਹ ਉਹ ਟਾਈਮ ਹੈ। ਤਾਂ ਕਿਉਂ ਇਹਨਾਂ ਚੀਜ਼ਾਂ ਨੂੰ ਟਾਰਗੇਟ ਕੀਤਾ ਗਿਆ? ਬਿਕੋਜ਼ ਕਿੰਗਸ ਬਿਲਡ ਟੈਂਪਲਸ ਟੂ ਡਿਮੋਨਸਟ੍ਰੇਟ ਦੇਅਰ ਡਿਵੋਸ਼ਨ ਟੂ ਗੋਡ ਐਂਡ ਦੇਅਰ ਪਾਵਰ ਐਂਡ ਵੈਲਥ। ਤਾਂ ਕਿਉਂ ਕਰਦੇ ਸੀ? ਉਹ ਆਲਰੇਡੀ ਬੱਚੇ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਰਾਜੇ ਕੀ ਦਿਖਾਉਣਾ ਚਾਹੁੰਦੇ ਸੀ ਕਿ ਉਹ ਮਤਲਬ ਰੱਬ ਦੇ ਪ੍ਰਤੀ ਕਿੰਨੇ ਜ਼ਿਆਦਾ ਡਿਵੋਟੀ ਨੇ, ਕਿੰਨੀ ਸ਼ਰਧਾ ਹੈ ਉਹਨਾਂ ਦੀ ਰੱਬ ਦੇ ਵਿੱਚ, ਔਰ ਉਹਨਾਂ ਕੋਲ ਕਿੰਨੀ ਪਾਵਰ ਹੈ, ਕਿੰਨਾ ਉਹਨਾਂ ਕੋਲ ਧਨ ਦੌਲਤ ਹੈ। ਇਹ ਸਾਰਾ ਕੁਝ ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ, ਕਿਉਂਕਿ ਜਿਹੜੇ ਟੈਂਪਲ ਨੇ ਹਮੇਸ਼ਾ ਸਭ ਦੇ ਪੂਜਨੀਕ ਸਥਾਨ ਰਹੇ ਨੇ, ਠੀਕ ਹੈ। ਧਾਰਮਿਕ ਸਥਾਨਾਂ ਵੱਲ ਲੋਕ ਜ਼ਿਆਦਾ ਆਕਰਸ਼ਿਤ ਹੁੰਦੇ ਆ, ਔਰ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਇਹਨਾਂ ਧਾਰਮਿਕ ਸਥਾਨਾਂ ਨੂੰ ਦੇਖਣ ਲਈ ਆਉਂਦੇ ਆ। ਤਾਂ ਇਹ ਉਹਨਾਂ ਨੂੰ ਆਪਣੀ ਜਿਹੜੀ ਪਾਵਰ ਸ਼ੋਅ ਕਰਨ ਦਾ ਬੜਾ ਅੱਛਾ ਤਰੀਕਾ ਉਹਨਾਂ ਨੇ ਲੱਭਿਆ ਸੀ, ਠੀਕ ਹੈ। ਇਨ ਦਾ ਪੋਲੀਟੀਕਲ ਕਲਚਰ of the Middle Ages, most rulers displayed their political might and military success by attacking and looting the places of worship of defeated rulers। ਤਾਂ ਲੇਕਿਨ ਰਾਜੇ ਨਾਲ ਇਹ ਕੀ ਹੈ, ਜਿਹੜੀ ਮਿਡਲ ਏਜ ਆਉਂਦੀ ਹੈ ਸਾਡੇ ਕੋਲੇ, ਉਸ ਤੋਂ ਬਾਅਦ ਦੀ 16ਵੀਂ 17ਵੀਂ ਕਹਿ ਲਓ ਹੈ ਨਾ, ਇਹਨਾਂ ਜਿਹੜੀਆਂ ਸੈਂਚਰੀਜ਼ ਨੇ ਉਹਨਾਂ ਦੇ ਵਿੱਚ ਰੂਲਰਸ ਨੇ ਕੀ ਕੀਤਾ ਸੀ, ਇਹ ਵੀ ਸੀ ਕਿ ਉਹ ਆਪਣੀ ਪੋਲੀਟੀਕਲ ਪਾਵਰ ਨੂੰ, ਆਪਣੀ ਮਿਲਟਰੀ ਪਾਵਰ ਨੂੰ ਵੀ ਲੋਕਾਂ ਸਾਹਮਣੇ ਦਿਖਾਉਣਾ ਚਾਹੁੰਦੇ ਆ। ਤਾਂ ਉਹ ਕੀ ਕਰਦੇ ਸੀ, ਇੱਕ ਦੂਸਰੇ ਦੇ ਉੱਪਰ ਅਟੈਕ ਕਰਦੇ ਸੀ, ਠੀਕ ਹੈ। ਉੱਥੇ ਜਾ ਕੇ ਦੂਸਰਿਆਂ ਦੇ ਬਣਾਏ ਹੋਏ ਜਿਹੜੇ ਕੋਈ ਮਤਲਬ ਵਰਸ਼ਿਪ ਪਲੇਸ ਸੀ, ਉਹ ਇੱਕ ਰਾਜਾ ਜਦੋਂ ਦੂਸਰੇ ਨੂੰ ਹਰਾ ਦਿੰਦਾ ਸੀ ਤਾਂ ਉਹ ਉਸਦੇ ਜਿਹੜੇ ਵਰਸ਼ਿਪ ਪਲੇਸ ਨੇ, ਕੋਈ ਮੋਸਕਿਊ, ਕੋਈ ਟੈਂਪਲ ਵਗੈਰਾ ਉਹਨਾਂ ਦੇ ਬਣਾਏ ਹੋਏ ਆ, ਤਾਂ ਉਹਨਾਂ ਨੂੰ ਉਹ ਲੁੱਟ ਲੈਂਦੇ ਸੀ, ਉਹਨਾਂ ਦੇ ਉੱਪਰ ਆਪਣਾ ਅਧਿਕਾਰ ਕਰ ਲੈਂਦੇ ਸੀ। ਤਾਂ ਇਸ ਤਰ੍ਹਾਂ ਨਾਲ ਇੱਕ ਲੜਾਈਆਂ ਕਰਕੇ ਉਹਨਾਂ ਨੂੰ ਹਰਾ ਕੇ ਆਪਣਾ ਏਰੀਆ ਹੋਰ ਜ਼ਿਆਦਾ ਇਨਕਰੀਜ਼ ਕਰਕੇ ਉਹ ਆਪਣੀ ਮਿਲਟਰੀ ਪਾਵਰ ਜਾਂ ਆਪਣੀ ਪੋਲੀਟੀਕਲ ਪਾਵਰ ਨੂੰ ਵੀ ਉਹ ਲੋਕਾਂ ਦੇ ਸਾਹਮਣੇ ਮਤਲਬ ਸ਼ੋਅ ਕਰਨਾ ਚਾਹੁੰਦੇ ਸੀ, ਠੀਕ ਹੈ। ਇਹ ਸਾਰੇ ਰੀਜ਼ਨ ਸੀ ਜਿਹਦੇ ਕਰਕੇ ਉਹਨਾਂ ਨੇ ਟੈਂਪਲਸ ਨੂੰ ਟਾਰਗੇਟ ਕੀਤਾ ਹੋਇਆ ਸੀ। ਗਾਰਡਨਸ, ਟੋਮਸ ਐਂਡ ਫੋਰਟਸ। ਹਾਂਜੀ ਬੇਟਾ, ਇੱਕ ਹੋਰ ਨਵੀਂ ਚੀਜ਼ ਇਹਨਾਂ ਟਾਈਮਸ ਦੇ ਵਿੱਚ ਦੇਖਣ ਨੂੰ ਮਿਲੀ ਹੈ, ਦੈਟ ਇਜ਼ ਅੰਡਰ ਦਾ ਮੁਗਲਸ ਆਰਕੀਟੈਕਚਰ ਬਿਕੇਮ ਮੋਰ ਕੰਪਲੈਕਸ। ਤਾਂ ਹੌਲੀ ਹੌਲੀ ਮੁਗਲ ਟਾਈਮ ਤੱਕ ਆਉਂਦੇ 16 17 ਸੈਂਚਰੀ ਦਾ ਟਾਈਮ, ਅਸੀਂ ਹੁਣੇ ਮੁਗਲਾਂ ਦਾ ਇਤਿਹਾਸ ਪੜ੍ਹ ਕੇ ਹਟੇ ਹਾਂ ਪਿਛਲੀਆਂ ਵੀਡੀਓਜ਼ ਦੇ ਵਿੱਚ। 1526 ਤੋਂ ਲੈ ਕੇ ਸਾਡੇ ਕੋਲ ਜਿਹੜੇ ਹੈਗਾ ਮੁਗਲ ਐਮਪਾਇਰ ਸ਼ੁਰੂ ਹੁੰਦਾ ਹੈ ਨਾ। ਤਾਂ ਇਸ ਟਾਈਮ ਦੇ ਵਿੱਚ ਜਿਹੜਾ ਹੈਗਾ ਇਹ ਆਰਕੀਟੈਕਚਰ ਹੋਰ ਵੀ ਜ਼ਿਆਦਾ ਕੰਪਲੈਕਸ ਬਣ ਗਿਆ ਸੀ। ਇਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੇਂਜਿਸ ਆਈਆਂ, ਬੜੇ ਨਵੇਂ ਤਰੀਕੇ ਨਾਲ ਇਹਨਾਂ ਨੇ ਬਿਲਡਿੰਗਸ ਬਣਵਾਈਆਂ। ਬਾਬਰ ਡਿਸਕ੍ਰਾਈਬਡ ਹਿਸ ਇੰਟਰਸਟ ਇਨ ਪਲੈਨਿੰਗ ਐਂਡ ਲੇਇੰਗ ਆਊਟ ਫਾਰਮਲ ਗਾਰਡਨਸ ਪਲੇਸਿੰਗ ਵਿਦਿਨ rectangular walled enclosures and divided into 4 quarters by artificial channels. These were called ਚਾਹਰ ਬਾਗ। ਤਾਂ ਇੱਕ ਨਵਾਂ ਜਿਹੜਾ ਪਿਰਤ ਜਿਹੜੀ ਹੈ ਉਹ ਬਾਬਰ ਦੇ ਰਾਜਕਾਲ ਦੇ ਵੀ ਸਾਡੇ ਸਾਹਮਣੇ ਆਉਂਦੀ ਹੈ ਕਿ ਉਸ ਦਾ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਇੰਟਰਸਟ ਸੀ। ਉਹ ਗਾਰਡਨ ਬਣਵਾਉਣਾ ਚਾਹੁੰਦਾ ਸੀ, ਔਰ ਬਹੁਤ ਸਾਰੇ ਗਾਰਡਨ ਉਸਨੇ ਬਣਾਏ ਜਿਹੜੇ ਕਿ ਰੈਕਟੈਂਗੂਲਰ ਮਤਲਬ ਵਾਲਡ ਸੀਗੇ, ਜਿਵੇਂ ਕੋਈ ਤਿਕੋਨੀਆਂ ਸ਼ਕਲਾਂ ਵਾਲੇ, ਔਰ ਅੰਦਰੋਂ ਉਹਨਾਂ ਨੂੰ 4 ਆਰਟੀਫਿਸ਼ੀਅਲ ਚੈਨਲ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਸੀ, ਜਿਨ੍ਹਾਂ ਨੂੰ ਚਾਹਰ ਬਾਗ ਦਾ ਨਾਮ ਦਿੱਤਾ ਜਾਂਦਾ ਸੀ। ਕਈ ਸਾਰੇ ਇੱਦਾਂ ਦੇ ਬਿਊਟੀਫੁੱਲ ਬਾਗ ਜਿਹੜੇ ਆ ਸਾਨੂੰ ਦੇਖਣ ਨੂੰ ਮਿਲਦੇ ਅੱਜ ਵੀ। ਉਹ ਜਿਵੇਂ ਹੈਗਾ ਤੁਹਾਡਾ ਜੰਮੂ ਕਸ਼ਮੀਰ, ਆਗਰਾ, ਦਿੱਲੀ ਹੈ ਨਾ, ਇਹਨਾਂ ਪਲੇਸਿਸ ਦੇ ਉੱਪਰ ਕਾਫੀ ਸਾਰੇ ਜਿਹੜੇ ਕਸ਼ਮੀਰ ਦੇ ਵਿੱਚ ਤਾਂ ਬਹੁਤ ਹੀ ਸੋਹਣੇ ਚਾਹਰ ਬਾਗ ਜਿਹੜੇ ਆ ਬੜੇ ਮਤਲਬ ਕਹਿੰਦੇ ਵਰਲਡ ਫੇਮਸ ਨੇ, ਜਿੱਥੇ ਦੂਰੋਂ ਲੋਕ ਉਹਨਾਂ ਨੂੰ ਦੇਖਣ ਲਈ ਆਉਂਦੇ ਆ। ਬਹੁਤ ਹੀ ਸੁੰਦਰ ਜਿਹੜੇ ਗਾਰਡਨ ਉਹਨਾਂ ਨੇ ਬਣਵਾਏ ਸੀ, ਠੀਕ ਹੈ। ਬਾਬਰ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਂਕ ਸੀ, ਉਹਨੂੰ ਇਹ ਚੀਜ਼ਾਂ ਬਿਊਟੀਫੁੱਲ ਚੀਜ਼ਾਂ, ਨੇਚਰ ਦੇ ਨਾਲ ਉਸਨੂੰ ਬਹੁਤ ਪਿਆਰ ਸੀ। ਤਾਂ ਇਸ ਕਰਕੇ ਉਸਨੇ ਇਸ ਚੀਜ਼ ਦੇ ਉੱਪਰ ਵੀ ਕਾਫੀ ਜ਼ੋਰ ਦਿੱਤਾ, ਜਿਹੜੀ ਕਿ ਇੱਕ ਨਵਾਂ ਕਹਿ ਸਕਦੇ ਹਾਂ ਅਸੀਂ ਤਰੀਕਾ ਸੀ। ਉਹਨੇ ਆਪਣੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਲੋਕਾਂ ਦੇ ਪ੍ਰਤੀ ਵੀ ਔਰ ਨੇਚਰ ਦੇ ਪ੍ਰਤੀ ਵੀ ਉਸਨੇ ਇੱਕ ਬੜਾ ਅੱਛਾ ਉਦਾਹਰਣ ਲੋਕਾਂ ਦੇ ਸਾਹਮਣੇ ਰੱਖਿਆ, ਠੀਕ ਹੈ। ਉਹਨਾਂ ਨੂੰ ਸੰਭਾਲ ਕੇ ਰੱਖਿਆ ਔਰ ਨਵੀਂ ਚੀਜ਼ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ, ਜਿਹੜੀ ਕਿ ਅੱਜ ਵੀ ਵੇਖਣਯੋਗ ਹੈ। ਸਮ ਆਫ ਦਾ ਮੋਸਟ ਬਿਊਟੀਫੁਲ ਚਾਹਰ ਬਾਗਸ ਵਰ ਕੰਸਟਰਕਟਡ ਬਾਈ ਅਕਬਰ, ਜਹਾਂਗੀਰ ਐਂਡ ਸ਼ਾਹਜਹਾਨ ਇਨ ਕਸ਼ਮੀਰ, ਆਗਰਾ ਐਂਡ ਦਿੱਲੀ। ਇਹ ਜਿਹੜੇ ਤਿੰਨੋਂ ਰਾਜੇ ਸੀ
ਅਕਬਰ, ਜਹਾਂਗੀਰ, ਸ਼ਾਹਜਹਾਂ। ਠੀਕ ਹੈ, ਇਹਨਾਂ ਨੇ ਵੀ ਇਹ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਬਾਬਰ ਨੇ ਜੋ ਸ਼ੁਰੂ ਕੀਤਾ ਸੀ ਇਹ ਪਲੈਨਿੰਗ ਵਗੈਰਾ, ਤਾਂ ਅੱਗੇ ਇਹਨਾਂ ਨੇ ਇਸ ਨੂੰ ਸਿਰੇ ਚੜਾਇਆ। ਬਹੁਤ ਸਾਰੇ ਸੁੰਦਰ ਸੁੰਦਰ ਬਾਗ ਇਹਨਾਂ ਨੇ ਨਾ 3 ਪਲੇਸਾਂ ਦੇ ਉੱਪਰ ਬਣਾਏ, ਜਿਹੜੇ ਕਿ ਅੱਜ ਵੀ ਸਾਨੂੰ ਵੇਖਣ ਨੂੰ ਮਿਲਦੇ ਆ। ਠੀਕ ਹੈ, ਤਾਂ ਨੈਕਸਟ ਆਉਂਦਾ ਸਾਡੇ ਕੋਲ ਅਕਬਰਸ ਆਰਕੀਟੈਕਟਸ ਟਰਨ ਟੂ ਦਾ ਟੋਮਸ ਆਫ ਹਿਜ਼ ਸੈਂਟਰਲ ਏਸ਼ੀਅਨ ਐਨਸੈਸਟਰ ਤਿਮੁਰ। ਤਾਂ ਅਕਬਰ ਦੇ ਜਿਹੜੇ ਆਰਕੀਟੈਕਟ ਸੀਗੇ, ਠੀਕ ਹੈ, ਤਾਂ ਉਦੋਂ ਉਹਨਾਂ ਦਾ ਧਿਆਨ ਲਾਸਟ ਦੇ ਵਿੱਚ ਆਉਂਦੇ ਅਕਬਰ ਦੇ ਟਾਈਮ ਵਿੱਚ ਜਿਹੜੇ ਮਤਲਬ ਇੰਜੀਨੀਅਰ ਸੀ, ਉਹਨਾਂ ਦਾ ਧਿਆਨ ਜਿਹੜਾ ਹੈਗਾ ਟੋਮਸ ਦੇ ਵੱਲ ਵੀ ਬਹੁਤ ਜ਼ਿਆਦਾ ਆਕਰਸ਼ਿਤ ਹੋਇਆ। ਜਿਹੜਾ ਉਹਨਾਂ ਦਾ ਐਨਸੈਸਟਰ ਸੀ ਤਿਮੂਰ, ਠੀਕ ਹੈ, ਉਸੇ ਟਾਈਮ ਵਿੱਚ ਜਿਹੜੇ ਜਿਸ ਤਰ੍ਹਾਂ ਦੀ ਉਹਨੇ ਬਿਲਡਿੰਗਸ ਬਣਾਈਆਂ ਸੀ, ਉਸ ਦਾ ਜਿਹੜਾ ਸਟਰਕਚਰ ਸੀ ਉਸ ਦੇ ਵੱਲ ਵੀ ਇਹਨਾਂ ਦਾ ਕਾਫੀ ਜ਼ਿਆਦਾ ਧਿਆਨ ਜਿਹੜਾ ਹੈਗਾ। ਟੋਮਸ ਕੀ ਹੁੰਦੇ ਆ, ਜਿਵੇਂ ਮਕਬਰੇ ਉਹ ਬਣਾਉਂਦੇ ਸੀ, ਹੈ ਨਾ, ਤਾਂ ਉਸ ਚੀਜ਼ ਦੇ ਵੱਲ ਵੀ ਇਹਨਾਂ ਦਾ ਧਿਆਨ ਜਾਂਦਾ ਹੈਗਾ। ਉਹ ਵੀ ਉਸ ਟਾਈਮ 'ਤੇ ਇਹ ਵੀ ਕਾਫੀ ਜ਼ਿਆਦਾ ਕੰਸਟਰਕਟ ਕੀਤੇ ਗਏ ਆ। ਡਿਊਰਿੰਗ ਸ਼ਾਹਜਹਾਨਸ ਰੇਨ ਡਿਫਰੈਂਟ ਐਲੀਮੈਂਟਸ ਆਫ ਮੁਗਲ ਆਰਕੀਟੈਕਚਰ ਵਰ fused together in a grand harmonious synthesis. His reign witnessed a huge amount of construction activity, especially in Agra and Delhi. ਸ਼ਾਹਜਹਾਨ ਦੇ ਟਾਈਮ 'ਤੇ ਰਾਜੇ ਜਿਹੜਾ ਮੁਗਲ ਆਰਕੀਟੈਕਚਰ ਹੈ ਉਸ ਨੂੰ ਇੱਕ ਨਵੇਂ ਤਰੀਕੇ ਨਾਲ ਬਣਾਇਆ ਗਿਆ ਕਿ ਬਹੁਤ ਸਾਰੇ ਜਿਹੜੇ ਡਿਫਰੈਂਟ ਪਾਰਟਸ ਉਹਨਾਂ ਨੂੰ ਜੁਆਇੰਟ ਕਰਕੇ, ਹੈ ਨਾ, ਤਾਂ ਇੱਕ ਵੱਖਰਾ ਸਟਰਕਚਰ ਉਹਨਾਂ ਨੇ ਬਣਾਇਆ, ਜਿਵੇਂ ਕੋਈ ਗੁੰਬਦ ਟਾਈਪ ਬਣਾ ਦਿੱਤਾ, ਹੈ ਨਾ। ਤਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਬਹੁਤ ਮਤਲਬ ਇੰਨਾ ਜ਼ਿਆਦਾ ਜਿਹੜਾ ਇਹ ਬਿਲਡਿੰਗ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ, ਆਰਕੀਟੈਕਚਰ ਦਾ ਜਿਹੜਾ ਕੰਮ ਸੀ, ਉਹ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਸ਼ਾਨਦਾਰ ਤਰੀਕੇ ਨਾਲ ਹੋਣ ਲੱਗ ਪਿਆ ਸੀ। ਬੜੇ ਸ਼ਾਨਦਾਰ, ਬੜੇ ਸੋਹਣੇ ਉਹਨਾਂ ਨੇ ਜਿਹੜੇ ਬਿਲਡਿੰਗਸ ਬਣਾਈਆਂ ਨੇ, ਜਾਂ ਮੰਦਰ ਕਹਿ ਲਓ, ਮਸਜਿਦ ਕਹਿ ਲਓ, ਹੈ ਨਾ, ਉਹਨਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਬਣਾਇਆ। ਹੋਰ ਵੀ ਅਲੱਗ-ਅਲੱਗ ਜਿਹੜੀਆਂ ਐਕਟੀਵਿਟੀਜ਼ ਨੇ ਆਗਰਾ ਅਤੇ ਦਿੱਲੀ ਦੇ ਵਿੱਚ ਜਿਹੜੇ ਉਹਨਾਂ ਨੇ ਬਿਲਡਿੰਗਸ ਬਣਵਾਈਆਂ ਉਹ ਅੱਜ ਵੀ ਵੇਖਣਯੋਗ ਹੈ। ਦ ਕਨੈਕਸ਼ਨ ਬਿਟਵੀਨ ਰਾਇਲ ਜਸਟਿਸ ਐਂਡ ਦ ਇੰਪੀਰੀਅਲ ਕੋਰਟ ਵਾਜ਼ emphasized by Shah Jahan in his newly constructed court in the Red Fort at Delhi। ਹਾਂਜੀ, ਤਾਂ ਇਸ ਨੇ ਇੱਕ ਜਿਹੜੀ ਹੈ ਕੋਰਟ ਵੀ ਬਣਾਈ ਸੀ ਸ਼ਾਹਜਹਾਨ ਨੇ ਦਿੱਲੀ ਦੇ ਵਿੱਚ ਰੈੱਡ ਫੋਰਟ ਦੇ ਵਿੱਚ। ਇਹਨਾਂ ਨੇ ਇੱਕ ਨਵੀਂ ਕੋਰਟ ਵੀ ਕੰਸਟਰਕਟ ਕੀਤੀ, ਜਿਹਦੇ ਵਿੱਚ ਉਹ ਮਤਲਬ ਜਸਟਿਸ ਕਰਦਾ ਸੀ, ਰਾਇਲ ਜਸਟਿਸ ਜਾਂ ਇੰਪੀਰੀਅਲ ਜਸਟਿਸ, ਕਿਸੇ ਵੀ ਤਰ੍ਹਾਂ ਦਾ ਜਿਹੜਾ ਉਸਨੇ ਨਿਆਂ ਜਦੋਂ ਕਿਸੇ ਨਾਲ ਕਰਨਾ ਹੈ, ਕੋਈ ਕਿਸੇ ਝਗੜੇ ਦਾ ਫੈਸਲਾ ਕਰਨਾ ਹੈ, ਚਾਹੇ ਉਹ ਕੋਈ ਆਪਣਾ ਅੰਦਰੂਨੀ ਮਸਲਾ ਹੈ ਜਾਂ ਬਾਹਰ ਦੇ ਕੋਈ ਮਸਲੇ ਹੈ, ਤਾਂ ਉਸ ਕੋਰਟ ਦੇ ਵਿੱਚ ਉਹ ਬੈਠ ਕੇ ਆਪਣੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਸੋਲਵ ਕਰਿਆ ਕਰਦਾ ਸੀ। ਸ਼ਾਹਜਹਾਨ ਅਡੈਪਟਡ ਦ ਰਿਵਰ ਫਰੰਟ ਗਾਰਡਨ ਇਨ ਦ ਲੇਆਊਟ ਆਫ ਦਾ ਤਾਜ ਮਹਿਲ। ਤਾਂ ਸ਼ਾਹਜਹਾਨ ਨੇ ਤੁਸੀਂ ਦੇਖਿਆ ਕਿ ਰਿਵਰ ਦੇ ਕੰਢੇ 'ਤੇ ਜਿਹੜਾ ਹੈਗਾ ਗਾਰਡਨ ਬਣਾਇਆ, ਔਰ ਉਸ ਦੇ ਵਿੱਚ ਇਹ ਮਕਬਰਾ ਬਣਾਇਆ ਤਾਜ ਮਹਿਲ, ਜਿਹੜਾ ਕਿ ਉਸਨੇ ਆਪਣੀ ਵਾਈਫ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਬਣਾਇਆ ਸੀ। ਮਕਬਰਾ ਜਿਹੜਾ ਅੱਜ ਵੀ ਦੁਨੀਆ ਦਾ ਇੱਕ ਅਜੂਬਾ ਹੈ ਨਾ, ਜਿਹੜੇ 8 ਅਜੂਬੇ ਨੇ ਦੁਨੀਆ ਦੇ, ਉਹਨਾਂ ਦੇ ਵਿੱਚੋਂ ਇੱਕ ਹੈ ਤਾਜ ਮਹਿਲ। ਠੀਕ ਹੈ, ਪੂਰੇ ਵਰਲਡ ਦੇ ਵਿੱਚ ਫੇਮਸ ਹੈ ਇਹ। ਇਸ ਤਰ੍ਹਾਂ ਦੇ ਬਹੁਤ ਹੀ ਸੁੰਦਰ ਮਕਬਰੇ ਉਸ ਟਾਈਮ ਦੇ ਵਿੱਚ ਬਣਾਏ ਗਏ ਹੈ। ਰੀਜਨ ਐਂਡ ਐम्पायर, ਹੁਣ ਗੱਲ ਕਰਦੇ ਹਾਂ ਅਸੀਂ ਉਹਨਾਂ ਦੇ ਖੇਤਰ ਦੀ ਅਤੇ ਉਹਨਾਂ ਦੇ ਐम्पायर ਦੀ। ਠੀਕ ਹੈ, ਬਿਟਵੀਨ ਦ 8th ਐਂਡ ਦ 18th centuries there was also a considerable sharing of ideas across regions, the traditions of one region by another। ਠੀਕ ਹੈ, ਤਾਂ ਇਹ ਕੀ ਸੀ ਰਾਜੇ ਕਿ ਡਿਫਰੈਂਟ ਜਿਹੜੇ ਇਲਾਕੇ ਸੀ, ਰੀਜਨ ਮਤਲਬ ਇੱਕ ਏਰੀਆ ਜਾਂ ਇੱਕ ਇਲਾਕਾ ਕਹਿ ਲਓ, ਕਿ ਕਿਸੇ ਇੱਕ ਰਾਜ ਤੋਂ ਦੂਸਰੇ ਰਾਜ ਦੇ ਜਿਹੜੇ ਆਪਣੇ ਡਿਫਰੈਂਟ ਟਾਈਪ ਦੇ ਕੋਈ ਕਸਟਮ, ਕੋਈ ਟਰਡੀਸ਼ਨਸ, ਹੈ ਨਾ, ਤਾਂ ਉਹਨਾਂ ਨੂੰ ਇੱਕ ਦੂਸਰੇ ਨਾਲ ਸ਼ੇਅਰ ਕਰਨਾ, ਕਿਉਂਕਿ ਜਿਹੜਾ ਟਰੇਡ ਵਗੈਰਾ ਹੈ ਕਾਫੀ ਜ਼ਿਆਦਾ ਇੰਪਰੂਵ ਹੋ ਚੁੱਕਿਆ ਸੀ ਇਸ ਟਾਈਮ ਤੱਕ। ਤਾਂ ਜਿਹੜੇ ਹੈਗਾ ਟਰਾਂਸਪੋਰਟੇਸ਼ਨ ਦੀ ਕਾਫੀ ਜ਼ਿਆਦਾ ਜਿਹੜੇ ਨਵੀਆਂ ਖੋਜਾਂ ਹੋ ਰਹੀਆਂ ਸੀ, ਤਾਂ ਇਹ ਲੋਕਾਂ ਦਾ ਇੱਕ ਦੂਸਰੇ ਦੇ ਜਿਹੜਾ ਸਟੇਟਸ ਹੈ ਜਾਂ ਏਰੀਏ ਦੇ ਵਿੱਚ ਜਾਣਾ ਆਉਣਾ ਵੱਧ ਗਿਆ ਸੀ। ਠੀਕ ਹੈ, ਤਾਂ ਜਿਹੜੇ ਆਈਡੀਆਜ਼ ਨੇ ਉਹ ਕਾਫੀ ਤਰੀਕਿਆਂ ਨਾਲ ਸ਼ੇਅਰ ਹੋਣ ਲੱਗ ਪਏ ਸੀ। ਮਤਲਬ ਕਿ ਇੱਕ ਸਟੇਟ ਦੇ ਵੀ ਲੋਕ ਕਿਸ ਤਰ੍ਹਾਂ ਦੇ ਲੋਕ ਨੇ, ਕਿਹੋ ਜਿਹਾ ਉਹਨਾਂ ਦਾ ਰਹਿਣ ਸਹਿਣ ਹੈ, ਕਿਹੋ ਜਿਹੇ ਉਹਨਾਂ ਦੇ ਖਾਣ ਪਾਣ ਹੈ। ਠੀਕ ਹੈ, ਤਾਂ ਲੋਕ ਜਦੋਂ ਇੱਕ ਸਟੇਟ ਤੋਂ ਦੂਸਰੇ ਸਟੇਟ ਦੇ ਵਿੱਚ ਜਾਂਦੇ ਸੀ ਤਾਂ ਓਬਵੀਅਸਲੀ ਉਹਨਾਂ ਦੇ ਰੀਤੀ ਰਿਵਾਜਾਂ ਨੂੰ ਦੇਖਦੇ ਸੀ, ਉਹਨਾਂ ਦੇ ਫੂਡ ਹੈਬਿਟਸ ਵਗੈਰਾ ਨੂੰ ਚੈੱਕ ਕਰਦੇ ਸੀ, ਹੈ ਨਾ। ਤਾਂ ਕਈ ਵਾਰੀ ਜਦੋਂ ਅਸੀਂ ਦੂਸਰੇ ਪਲੇਸ ਦੇ ਉੱਤੇ ਜਾਂਦੇ ਹਾਂ ਤਾਂ ਸਾਨੂੰ ਆਪਣੀਆਂ ਡੇਲੀ ਰੂਟੀਨ ਦੀਆਂ ਆਦਤਾਂ ਛੱਡ ਕੇ ਅਸੀਂ ਉੱਥੇ ਜਿਹੋ ਜਿਹੀ ਸਾਨੂੰ ਚੀਜ਼ ਅਵੇਲੇਬਲ ਆ ਉਹ ਖਾਣੀ ਵੀ ਪੈਂਦੀ ਆ, ਹੈ ਨਾ। ਤਾਂ ਫਿਰ ਅਸੀਂ ਜੇ ਚੀਜ਼ਾਂ ਸਾਨੂੰ ਅੱਛੀਆਂ ਲੱਗਦੀਆਂ ਤਾਂ ਅਸੀਂ ਸੋਚਦੇ ਹਾਂ ਕਿ ਇਹ ਕਿਸ ਤਰ੍ਹਾਂ ਬਣਦੀ ਹੈ, ਕਿਸ ਚੀਜ਼ ਦੀ ਬਣੀ ਹੈ, ਤਾਂ ਉਹਦੇ ਬਾਰੇ ਅਸੀਂ ਨੌਲੇਜ ਇਕੱਠੀ ਕਰਦੇ ਹਾਂ, ਹੈ ਨਾ।
ਤਾਂ ਫਿਰ ਅਸੀਂ ਉਹ ਆ ਕੇ ਆਪਣੇ ਏਰੀਏ ਦੇ ਵਿੱਚ ਆ ਕੇ ਵੀ ਦੁਬਾਰਾ ਉਸ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਕਿਸੇ ਦੇ ਅਸੀਂ ਕੋਈ ਵੱਖਰੇ ਰੀਤੀ ਰਿਵਾਜ ਦੇਖਦੇ ਹਾਂ ਤਾਂ ਉਸ ਦੇ ਵੱਲ ਵੀ ਸਾਡਾ ਧਿਆਨ ਆਟੋਮੈਟਿਕਲੀ ਅਟਰੈਕਟ ਹੁੰਦਾ ਹੈ ਕਿ ਇੱਥੇ ਕਿੱਦਾਂ ਦਾ ਰਿਵਾਜ ਹੈ ਹੈ ਨਾ। ਤਾਂ ਇਸ ਤਰ੍ਹਾਂ ਇੱਕ ਦੂਜੇ ਦੇ ਜਿਹੜੇ ਆਈਡੀਆਜ਼ ਨੇ, ਕੋਈ ਰੀਤੀ ਰਿਵਾਜ ਨੇ, ਕੋਈ ਟ੍ਰੈਡੀਸ਼ਨਸ ਨੇ, ਤਾਂ ਇਹ ਵੀ ਲੋਕ ਜਿਹੜੇ ਆ ਇਹ ਅਡੋਪਟ ਕਰ ਰਹੇ ਸੀ। ਦ ਕ੍ਰੀਏਸ਼ਨ ਆਫ ਲਾਰਜ ਐਮਪਾਇਰਸ brought different regions under their rule, helped in this cross fertilization and artistic forms and architectural styles। ਤਾਂ ਇਹ ਰਾਜੇ ਜਿਹੜਾ ਟਾਈਮ ਹੈ 88 ਤੋਂ ਲੈ ਕੇ 18 ਸੈਂਚੁਰੀ ਤੱਕ ਦਾ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਸੀ ਰਾਜੇ, ਜਿਹੜੇ ਲਾਰਜ ਐਮਪਾਇਰ ਵੀ ਕ੍ਰੀਏਟ ਕੀਤੇ ਗਏ ਨੇ, ਠੀਕ ਹੈ। ਤਾਂ ਉਹ ਕੀ ਕਰਦੇ ਸੀ ਕਿ ਇੱਕ ਰਾਜਾ ਜਿਹੜਾ ਹੈਗਾ ਦੂਸਰੇ ਰਾਜ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਸੀ, ਓਬਵੀਅਸਲੀ ਇਹ ਤਾਂ ਹੁੰਦਾ ਹੀ ਹੁੰਦਾ, ਠੀਕ ਹੈ। ਅਤੇ ਦੂਸਰੀ ਗੱਲ ਹੈ ਕਿ ਜਿਹੜੀ ਹੈ ਫਰਟੀਲਾਈਜੇਸ਼ਨ, ਕ੍ਰੋਸ ਫਰਟੀਲਾਈਜੇਸ਼ਨ ਐਂਡ ਆਰਟਿਸਟਿਕ ਫਾਰਮ ਔਰ ਆਰਕੀਟੈਕਚਰਲ ਸਟਾਈਲ, ਜਿਹੜਾ ਕਿ ਉਹਨਾਂ ਦਾ ਆਰਕੀਟੈਕਚਰ ਦਾ ਇੱਕ ਦਾ ਸਟਾਈਲ ਹੈ ਉਹ ਦੂਸਰਾ ਹੀ ਦੇਖਦਾ ਸੀ ਕਿ ਉਹਨੇ ਇੱਦਾਂ ਦੀ ਚੀਜ਼ ਬਣਾਈ ਹੈ ਤਾਂ ਅਸੀਂ ਇਸ ਦੇ ਵਿੱਚ ਹੋਰ ਕੀ ਜਿਹੜੀਆਂ ਨੇ ਮਤਲਬ ਇੰਪਰੂਵਮੈਂਟਸ ਕਰ ਸਕਦੇ ਹਾਂ, ਹੈ ਨਾ। ਤਾਂ ਇਸ ਤਰ੍ਹਾਂ ਰੀਜਨ ਟੂ ਰੀਜਨ ਜਿਹੜੇ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਾਪੀ ਕੀਤੀਆਂ ਜਾਂਦੀਆਂ ਸੀ, ਹਰ ਚੀਜ਼ ਦੀ ਸ਼ੇਅਰਿੰਗ ਹੁੰਦੀ ਸੀ। ਈਵਨ ਆਫਟਰ ਦ ਡਿਕਲਾਈਨ ਆਫ ਮੁਗਲ ਐਮਪਾਇਰ ਇਨ ਦ 18th ਸੈਂਚੁਰੀ, ਦ ਆਰਕੀਟੈਕਚਰਲ ਸਟਾਈਲਸ ਡਿਵੈਲਪਡ ਅੰਡਰ ਦੇਅਰ ਪੈਟਰੋਨੇਜ were constantly used and adapted by other rulers। ਕਿਉਂਕਿ ਜਦੋਂ ਮੁਗਲ ਐਮਪਾਇਰ ਜਿਹੜਾ ਜਦੋਂ 18th ਸੈਂਚੁਰੀ ਦੇ ਵਿੱਚ ਆ ਕੇ ਮੁਗਲ ਐਮਪਾਇਰ ਦਾ ਐਂਡ ਹੋ ਜਾਂਦਾ ਤਾਂ ਉਸ ਤੋਂ ਬਾਅਦ ਵੀ ਜੋ ਸਟਾਈਲ ਉਹਨਾਂ ਨੇ ਆਰਕੀਟੈਕਚਰ ਦਾ ਬਣਾਇਆ ਸੀ, ਜਿਸ ਤਰ੍ਹਾਂ ਦੀਆਂ ਬਿਲਡਿੰਗਸ ਵਗੈਰਾ ਉਹ ਕੰਸਟਰਕਟ ਕਰਦੇ ਸੀ, ਕਿਉਂਕਿ ਬਹੁਤ ਹੀ ਅੱਛਾ ਤਰੀਕਾ ਸੀ ਉਹਨਾਂ ਦਾ, ਬੜੀ ਸੋਹਣੀਆਂ ਬੜੀਆਂ ਸੁੰਦਰ ਡੈਕੋਰੇਟਡ ਬਿਲਡਿੰਗਸ ਉਹਨਾਂ ਨੇ ਬਣਾਈਆਂ ਸੀ। ਤਾਂ ਉਹਨਾਂ ਦਾ ਜਿਹੜਾ ਸਟਾਈਲ ਹੈ ਉਸ ਤੋਂ ਬਾਅਦ ਵੀ ਜਿਹੜੇ ਹੋਰ ਉਹਨਾਂ ਦੇ ਅਗਲੇ ਮਤਲਬ ਆਉਣ ਵਾਲੇ ਜਿਹੜੇ ਰਾਜੇ ਸੀ ਉਸ ਏਰੀਏ ਦੇ, ਤਾਂ ਉਹਨਾਂ ਨੇ ਵੀ ਉਸ ਨੂੰ ਲਗਾਤਾਰ ਫੋਲੋ ਕੀਤਾ, ਉਵੇਂ ਦੀ ਉਵੇਂ ਅਡੈਪਟ ਕੀਤਾ, ਕਿਉਂਕਿ ਉਹ ਬਹੁਤ ਸੁੰਦਰ ਡਿਜ਼ਾਇਨ ਉਹਨਾਂ ਦੇ ਬਣਾਏ ਹੋਏ ਸੀ। ਪੀਟਰਾ ਡੂਰਾ ਵਗੈਰਾ ਇਸ ਤਰ੍ਹਾਂ ਦੇ ਜਿਹੜੇ ਮਤਲਬ ਬਿਊਟੀਫੁਲ ਡੈਕੋਰੇਟਡ ਜਿਹੜਾ ਸਟਾਈਲ ਹੈ ਉਹਦਾ ਪੀਟਰਾ ਡੂਰਾ, ਜਿਹਦੇ ਵਿੱਚ ਜਿਹੜੇ ਬਹੁਤ ਅੱਛੇ ਕਲਰਫੁੱਲ ਜਿਹੜੇ ਡਿਜ਼ਾਈਨ ਬਿਲਡਿੰਗਸ ਦੇ ਅੰਦਰ ਬਣੇ ਹੁੰਦੇ ਸੀ, ਜਿਹੜੇ ਕਿ ਕਈ 100 ਸਾਲਾਂ ਤੱਕ ਵੀ ਸਾਨੂੰ ਐਜ਼ ਇਟ ਇਜ਼ ਮਿਲਦੇ ਹੈ। ਬਹੁਤ ਹੀ ਸੁੰਦਰ ਫੁੱਲ ਬੂਟੇ ਉਹਨਾਂ ਦੇ ਉੱਪਰ ਬਣਾਏ ਹੁੰਦੇ ਸੀ, ਬੜੇ ਸੁੰਦਰ ਤਰੀਕੇ ਨਾਲ ਉਹਨਾਂ ਨੂੰ ਸਜਾਇਆ ਹੁੰਦਾ ਸੀ, ਠੀਕ ਹੈ। ਤਾਂ ਇਹੋ ਜਿਹਾ ਉਹਨਾਂ ਦਾ ਜਿਹੜਾ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਸੀ, ਔਰ ਇੱਕ ਦੂਜੇ ਨਾਲ ਸ਼ੇਅਰਿੰਗ ਕਰਕੇ ਦੂਸਰੇ ਦੀਆਂ ਚੀਜ਼ਾਂ ਵੇਖ ਕੇ ਹੈ ਨਾ ਉਸਨੂੰ ਹੋਰ ਇੰਪਰੂਵ ਕਰਕੇ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਨੇ ਉਸ ਨੂੰ ਮੋਲਡ ਕਰਕੇ। ਤਾਂ ਇਹ ਸਾਡਾ ਸਾਰਾ ਚੈਪਟਰ ਸੀ ਜਿਸ ਦੇ ਵਿੱਚ ਅਸੀਂ ਦੇਖਿਆ ਕਿ ਉਹਨਾਂ ਨੇ ਬਿਲਡਿੰਗਸ ਜਿਹੜੀਆਂ ਨੇ ਉਹ ਟੋਮਸ ਦੇ ਉੱਪਰ ਜਿਹੜੇ ਆ ਤਾਜ ਮਹਿਲ ਵਰਗੇ ਜਿਹੜੇ ਇੰਨੇ ਸੁੰਦਰ ਇਮਾਰਤਾਂ ਨੇ ਇਹ ਉਸੇ ਟਾਈਮ ਦੇ ਵਿੱਚ ਬਣਾਈਆਂ ਗਈਆਂ ਨੇ, ਠੀਕ ਹੈ ਬੇਟਾ ਜੀ। ਸੋ ਪਲੀਜ਼ ਲਿਸਨ ਦਾ ਵੀਡੀਓ ਕੇਅਰਫੁਲੀ। ਥੈਂਕ ਯੂ, ਹੈਵ ਅ ਨਾਈਸ ਡੇ।